ਸਵਾਗਤ ਹੈ ਜੀ ਤੁਹਾਡਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਦੋ ਕਵੀ ਪਹਿਲਾਂ ਕਰ ਚੁੱਕੇ ਹਾਂ। ਅੱਜ ਅਸੀਂ ਪੂਰਨ ਸਿੰਘ ਕਰਾਂਗੇ, ਉਹਨਾਂ ਦੇ ਬਾਰੇ ਪੜ੍ਹਾਂਗੇ। ਠੀਕ ਹੈ ਜੀ। 11ਵੀਂ ਦੀ ਕਿਤਾਬ ਦੇ ਵਿੱਚੋਂ ਮੈਂ ਇਹ ਕਰਵਾ ਰਹੀ ਹਾਂ। ਤਾਂ ਜਿਨ੍ਹਾਂ ਕੋਲ ਕਿਤਾਬਾਂ ਹੈਗੀਆਂ ਆ ਬਹੁਤ ਚੰਗੀ ਗੱਲ ਹੈ, ਜਿਨ੍ਹਾਂ ਕੋਲ ਕਿਤਾਬਾਂ ਨਹੀਂ ਆ ਉਹ ਇਹ ਸੁਣ ਲੈਣਾ, ਕਿਉਂਕਿ MCQ ਆਪਣੇ ਨਾਲ ਨਾਲ ਚੱਲ ਹੀ ਰਹੇ ਨੇ ਅਤੇ ਨਾਲ ਥਿਊਰੀ ਵੀ ਦੇਖ ਲੈਣਾ। ਠੀਕ ਹੈ, ਤਾਂ ਕਿ ਇਹ ਨਾ ਲੱਗੇ ਕਿ ਥਿਊਰੀ ਨਹੀਂ ਕੀਤੀ ਤਾਂ ਸਿੱਧੇ MCQ ਕਰ ਲਿਆ। ਸੋ ਕਰਦੇ ਹਾਂ ਜੀ ਅੱਜ ਪੂਰਨ ਸਿੰਘ। ਠੀਕ ਹੈ ਜੀ, ਪ੍ਰੋਫੈਸਰ ਪੂਰਨ ਸਿੰਘ। ਹਾਂਜੀ, ਇਹਨਾਂ ਦਾ ਸਮਾਂ ਨੋਟ ਕਰ ਲਓ, 1881 ਤੋਂ 1931 ਈਸਵੀ ਤੱਕ। ਠੀਕ ਹੈ ਜੀ, ਇਹ ਉਹਨਾਂ ਦਾ ਸਮਾਂ ਹੈ। ਠੀਕ ਹੈ ਜੀ, ਜਨਮ ਇਹਨਾਂ ਦਾ ਨੋਟ ਕਰ ਲਈਏ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਈਸਵੀ ਵਿੱਚ ਸਲਹੱਡ ਐਬਟਾਬਾਦ ਪਾਕਿਸਤਾਨ ਵਿਖੇ ਹੋਇਆ। ਜਨਮ ਸਥਾਨ ਨੋਟ ਕਰ ਲੈਣਾ। ਠੀਕ ਹੈ, ਅਤੇ ਜਨਮ ਮਿਤੀ ਵੀ ਨੋਟ ਕਰ ਲੈਣਾ। ਉਸ ਦੇ ਪਿਤਾ ਦਾ ਨਾਮ ਹੈ ਸਰਦਾਰ ਕਰਤਾਰ ਸਿੰਘ। ਠੀਕ ਹੈ ਜੀ, ਅਤੇ ਆਪਣੇ ਪੂਰਨ ਸਿੰਘ ਨੇ ਲਾਹੌਰ ਅਤੇ ਰਾਵਲਪਿੰਡੀ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਵਿੱਦਿਆ ਹਾਸਲ ਕੀਤੀ ਹੈ। ਤਾਂ ਫਿਰ ਉਹ 1900 ਈਸਵੀ ਵਿੱਚ ਜਾਪਾਨ ਜਾ ਕੇ ਉਹਨਾਂ ਨੇ ਰਸਾਇਣ ਸ਼ਾਸਤਰ ਦੇ ਵਿੱਚ ਉਚੇਰੀ ਸਿੱਖਿਆ ਲਈ ਹੈ। ਫਿਰ ਠੀਕ ਹੈ ਜੀ, ਜਾਪਾਨ ਰਹਿੰਦਿਆਂ ਉਹ ਪਹਿਲਾਂ ਬੁੱਧ ਧਰਮ ਦੇ ਅਨੁਯਾਈ ਸੀਗੇ, ਬਾਅਦ ਵਿੱਚ ਸਵਾਮੀ ਰਾਮ ਤੀਰਥ ਦੇ ਪ੍ਰਭਾਵ ਹੇਠ ਕੀ ਹੈ ਉਹ ਵੈਦਾਂਤੀ ਹੋ ਗਏ। ਠੀਕ ਹੈ ਜੀ, ਅੱਗੇ ਵੀ ਭਾਰਤ ਵਾਪਸ ਆ ਕੇ 1911 ਈਸਵੀ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਮੌਕੇ ਉਸ ਦੀ ਮੁਲਾਕਾਤ ਹੋਈ ਸੀ ਭਾਈ ਵੀਰ ਸਿੰਘ ਜੀ ਨਾਲ। ਤਾਂ ਹੁਣ ਇੱਥੇ ਇੱਕ ਕੁਐਸਚਨ ਨਿਕਲਿਆ ਹੁੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਕਿਹਨਾਂ ਤੋਂ ਪ੍ਰਭਾਵਿਤ ਸੀਗੇ? ਭਾਈ ਵੀਰ ਸਿੰਘ ਤੋਂ ਪ੍ਰਭਾਵਿਤ ਹੋਏ ਸੀਗੇ। ਪ੍ਰਭਾਵਿਤ ਹੋ ਕੇ ਫਿਰ ਉਹ ਸਿੱਖ ਬਣੇ ਸੀਗੇ। ਠੀਕ ਹੈ ਜੀ, ਪੂਰਨ ਸਿੰਘ ਰੋਮਾਂਟਿਕ ਤਬੀਅਤ ਦਾ ਮਾਲਕ ਇੱਕ ਬੰਧਨ ਰਹਿਤ ਵਿਅਕਤੀ ਹੈ, ਇਸ ਲਈ ਉਸਨੇ ਕਈ ਕਿੱਤੇ ਅਪਣਾਏ ਪਰ ਕਿਸੇ ਵੀ ਇੱਕ ਨਾਲ ਵੀ ਬਹੁਤਾ ਚਿਰ ਬੱਝ ਨਾ ਸਕਿਆ। ਪੂਰਨ ਸਿੰਘ ਦੀ ਸ਼ਾਦੀ 1904 ਵਿੱਚ ਮਾਇਆ ਦੇਵੀ ਨਾਲ ਹੋਈ ਹੈ ਅਤੇ ਦੇਹਾਂਤ ਉਹਨਾਂ ਦਾ 31 ਮਾਰਚ 1931 ਈਸਵੀ ਵਿੱਚ ਹੋਇਆ ਅਤੇ ਕਿਸ ਬਿਮਾਰੀ ਨਾਲ ਹੋਇਆ? ਤਪਦਿਕ ਨਾਲ, ਅਤੇ ਦੇਹਰਾਦੂਨ ਵਿਖੇ ਹੋਇਆ। ਠੀਕ ਹੈ ਜੀ, ਚਲੋ ਵੀ ਅੱਗੇ। ਪੂਰਨ ਸਿੰਘ ਨੇ ਹਿੰਦੀ, ਅੰਗਰੇਜ਼ੀ, ਪੰਜਾਬੀ 3 ਭਾਸ਼ਾਵਾਂ ਵਿੱਚ ਰਚਨਾ ਕੀਤੀ ਅਤੇ ਜ਼ਿਆਦਾ ਰਚਨਾ ਉਹਨਾਂ ਦੀ ਕਾਹਦੇ ਵਿੱਚ ਹੈ? ਅੰਗਰੇਜ਼ੀ ਵਿੱਚ ਹੈ। ਠੀਕ ਹੈ ਜੀ, ਜ਼ਿਆਦਾ ਰਚਨਾ ਉਹਨਾਂ ਦੀ ਅੰਗਰੇਜ਼ੀ ਦੇ ਵਿੱਚ ਹੈ, ਅੰਗਰੇਜ਼ੀ ਭਾਸ਼ਾ ਦੇ ਵਿੱਚ। ਤਾਂ ਪੂਰਨ ਸਿੰਘ ਕਵੀ ਹੋਣ ਦੇ ਨਾਲ ਨਾਲ ਇੱਕ ਵਧੀਆ ਗਦ ਲੇਖਕ, ਆਲੋਚਕ, ਗੰਭੀਰ ਚਿੰਤਕ ਵੀ ਸੀ। ਹਾਂ, ਮਤਲਬ ਕਵਿਤਾਵਾਂ ਦੇ ਨਾਲ ਨਾਲ ਉਹ ਵਾਰਤਕ ਦੇ ਵਿੱਚ ਵੀ ਕਾਫੀ ਉਹਨਾਂ ਨੇ ਰਚਨਾ ਜਿਹੜੀ ਹੈ ਕੀਤੀ ਹੈਗੀ ਆ। ਉਸ ਨੇ ਪੱਛਮੀ ਸਾਹਿਤ ਅਤੇ ਦਰਸ਼ਨ ਅਤੇ ਭਾਰਤੀ ਫਿਲਾਸਫੀਆਂ ਦਾ ਡੂੰਘਾ ਅਧਿਐਨ ਕੀਤਾ ਹੈ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਉਹਨਾਂ ਦੀਆਂ ਕਾਵਿਕ ਰਚਨਾਵਾਂ ਨੋਟ ਕਰ ਲਈਏ, ਇਹ ਇੰਪੋਰਟੈਂਟ ਹੈ, ਇਹ ਆਪਾਂ ਨੋਟ ਕਰਨੀਆਂ ਨੇ। ਆਪਾਂ MCQ ਦੇ ਵਿੱਚ ਇਹ ਕੀਤੇ ਵੀ ਹੋਏ ਹੈ। ਠੀਕ ਹੈ, ਮੈਂ ਅੰਡਰਲਾਈਨਾਂ ਦੇਖੋ ਕੀਤੇ ਹੋਏ ਨੇ। ਖੁੱਲੇ ਘੁੰਡ, ਖੁੱਲੇ ਮੈਦਾਨ, ਖੁੱਲੇ ਅਸਮਾਨੀ ਰੰਗ। ਠੀਕ ਹੈ ਨਾ, ਖੁੱਲੇ ਮੈਦਾਨ ਵਿੱਚ ਘੁੰਡ ਚੱਕਿਆ, ਅਸਮਾਨ ਨੂੰ ਰੰਗ ਚੜਿਆ। ਇਸ ਤਰ੍ਹਾਂ ਇਹਨੂੰ ਯਾਦ ਕਰ ਲੈਣਾ। ਠੀਕ ਹੈ ਜੀ, ਇਹ ਇਹਨਾਂ ਦੀਆਂ ਕਾਵਿਕ ਰਚਨਾਵਾਂ ਨੇ। ਉਸ ਤੋਂ ਬਾਅਦ ਦੇਖ ਲਓ ਬਈ, ਪੂਰਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਰੋਮਾਂਸਵਾਦੀ ਝੁਕਾਅ ਦਾ ਮੋਢੀ ਕਵੀ ਹੈ। ਇੰਪੋਰਟੈਂਟ ਲਾਈਨ ਹੈ। ਠੀਕ ਹੈ, ਨੋਟ ਕਰ ਲੈਣਾ ਕਿ ਪੂਰਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਰੋਮਾਂਸਵਾਦੀ ਝੁਕਾਅ ਸ਼ੁਰੂ ਹੀ ਪੂਰਨ ਸਿੰਘ ਤੋਂ ਹੁੰਦਾ ਆ। ਫਿਰ ਬਾਅਦ ਵਿੱਚ ਮੋਹਨ ਸਿੰਘ, ਅਮਰਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਹੋਰ ਕਵੀ ਆਉਂਦੇ ਆ। ਠੀਕ ਹੈ, ਇਹਦੇ ਵਿੱਚ ਤਾਂ ਉਸਦੀ ਕਵਿਤਾ ਵਿੱਚ ਖੁੱਲ੍ਹ ਅਤੇ ਸੁਤੰਤਰਤਾ ਲਈ ਬੇਰੋਕ ਤਾਂਘ ਹੈ ਅਤੇ ਉਸਦਾ ਕਵੀ ਆਪਾ ਖੁੱਲ੍ਹਾ ਅਤੇ ਬੰਧਨ ਰਹਿਤ ਪ੍ਰਕਿਰਤਿਕ ਜੀਵਨ ਜਿਉਣਾ ਲੋਚਦਾ ਹੈ। ਉਸਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਵੀ ਨੋਟ ਕਰ ਲਓ। ਹਾਂਜੀ, ਪ੍ਰਕਿਰਤਿਕ ਵਿਸ਼ਾਲਤਾ ਵਿੱਚ ਅਭੇਦ ਹੋਣ ਦੀ ਚਾਹ, ਪੰਜਾਬ ਦੇ ਮੁੱਕਦੇ ਜਾ ਰਹੇ ਸੱਭਿਆਚਾਰਕ ਜੀਵਨ ਨੂੰ ਮੋੜ ਕੇ ਲਿਆਉਣ ਦੀ ਲਾਲਸਾ, ਅੱਜ ਦੀ ਪੈਸਾ ਪੂਜ ਸੱਭਿਅਤਾ ਦੀ ਨਖੇਦੀ ਜਾਂ ਨਿਰਸੰਕੋਚ ਅਤੇ ਸਰਲ ਜੀਵਨ ਜਿਉਣ ਦੀ ਇੱਛਾ। ਹਾਂ, ਠੀਕ ਹੈ ਜੀ, ਇਹ ਉਹਨਾਂ ਦੇ ਵਿਸ਼ੇ ਨੇ, ਇਹ ਨੋਟ ਕਰ ਲੈਣਾ। ਅੱਗੇ ਵੀ ਦਰਿਆ, ਉਹਨਾਂ ਦੀਆਂ ਇੰਪੋਰਟੈਂਟ ਕਵਿਤਾਵਾਂ ਜਿਹੜੀਆਂ ਨੇ ਜਿਨ੍ਹਾਂ ਵਿੱਚ ਇਹ ਰੰਗ ਮਿਲਦੇ ਨੇ ਇਹ। ਠੀਕ ਹੈ, ਦਰਿਆ ਕਿਨਾਰੇ, ਬਸੰਤ ਇਹਨਾਂ ਦੀ ਕਵਿਤਾ ਹੈ, ਆਪਾਂ ਕੀਤੀ ਹੋਈ ਹੈ। ਦੇਸ ਨੂੰ ਅਸੀਸ ਸਾਡੀ ਗਰੀਬਾਂ ਦੀ, ਪਸ਼ੂ ਚਰਦੇ ਖੂਹ ਉੱਤੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਠੀਕ ਹੈ ਨਾ, ਆਦਿ ਕਵਿਤਾਵਾਂ ਇਸ ਪੱਖੋਂ ਵਰਣਨਯੋਗ ਹਨ। ਇਹ ਕਵਿਤਾਵਾਂ ਨੋਟ ਕਰ ਲੈਣਾ। ਠੀਕ ਹੈ ਜੀ, ਸਭ ਪ੍ਰਕਾਰ ਦੇ ਬੰਧਨਾਂ ਤੋਂ ਮੁਕਤੀ ਦੀ ਲੋਚਾ ਕਵੀ ਪੂਰਨ ਸਿੰਘ ਦੀਆਂ ਸਤਰਾਂ ਵਿੱਚੋਂ ਝਲਕਦੀ ਹੈ। ਠੀਕ ਹੈ ਜੀ, ਦੇਖੋ ਵੀ ਅੱਗੇ ਕੀ ਲਿਖਿਆ, ਇਹਨਾਂ ਦੀਆਂ ਸਤਰਾਂ ਨੋਟ ਕਰ ਲਈਏ। ਨੇਮਾਂ ਵਾਲੀ ਗੱਲ ਨਾ ਕਰਨੀ ਕਾਈ, ਧਰਮਾਂ ਕਰਮਾਂ ਥੀ ਨੱਸਣਾ, ਅਨੇਮੀ ਰਹਿਣਾ, ਸੋਚ ਸਾਰੀ ਡੋਬਣਾ, ਹੱਸਣਾ ਤੇ ਰੋਣਾ ਚੀਖਣਾ, ਤੇ ਦਰਿਆਵਾਂ ਕਿਨਾਰੇ ਦੌੜਦੇ ਫਿਰਨਾ, ਪਾਗਲ ਜਿਹਾ ਵਹਿਸ਼ੀ ਏ ਚਾ ਮੇਰਾ, ਆਖੇ ਨਹੀਂ ਲੱਗਦਾ ਨੇਮ ਵਿੱਚ ਨਾ ਵੱਜਦਾ। ਠੀਕ ਹੈ ਜੀ, ਇਸੇ ਲਈ ਉਹ ਅੱਗੇ ਪੜ੍ਹਾਂਗੇ ਆਪਾਂ, ਛੰਦ ਰਹਿਤ ਕਵਿਤਾ ਲਿਖਦੇ ਆ। ਅੱਗੇ ਵੀ ਪੂਰਨ ਸਿੰਘ ਪਿਆਰ ਦਾ ਕਵੀ ਹੈ। ਉਸਦਾ ਪਿਆਰ ਦਾ ਸੰਕਲਪ ਨਿਰੋਲ ਪਿਆਰ, ਬਿਨਾਂ ਕਿਸੇ ਲੋਭ ਲਾਲਚ ਦੇ ਸ਼ੁੱਧ ਪਿਆਰ ਹੈ ਅਤੇ ਇਹ ਪਿਆਰ ਉਸ ਲਈ ਯੋਗ ਧਾਰਨ ਕਰਨ ਦੇ ਬਰਾਬਰ ਆ। ਠੀਕ ਹੈ ਜੀ,
ਅੱਗੇ ਵੀ ਦੇਖੋ, ਪੰਜਾਬ ਦੇ ਸਾਰੇ ਨੌਜਵਾਨ ਉਸ ਨੂੰ ਅਜਿਹੇ ਜੋਗੀ ਹੀ ਜਾਪਦੇ ਹਨ ਕਿਉਂਕਿ ਉਸ ਦਾ ਵਿਸ਼ਵਾਸ ਹੈ ਕਿ ਸਿੱਖ ਗੁਰੂਆਂ ਨੇ ਪੰਜਾਬ ਦੇ ਵਾਸੀਆਂ ਨੂੰ ਪਿਆਰ ਦਾ ਨਾਂ ਸਿਖਾਇਆ ਹੈ। ਉਸ ਨੂੰ ਸਾਰੇ ਪੰਜਾਬੀ ਰਾਂਝੇ ਦੇ ਭਰਾ ਜਾਪਦੇ, ਰਾਂਝਾ ਜੋਗੀ ਬਣ ਗਿਆ ਸੀ ਨਾ ਪਿਆਰ ਦੇ ਵਿੱਚ, ਤਾਂ ਇਸੇ ਤਰ੍ਹਾਂ ਉਹੀ ਗੱਲ ਕਰ ਰਹੇ ਨੇ, ਠੀਕ ਹੈ ਨਾ, ਕਿ ਸਾਰੇ ਪੰਜਾਬੀ ਭਰਾ ਮੈਨੂੰ ਰਾਂਝੇ ਦੇ ਭਰਾ ਹੀ ਜਾਪਦੇ ਨੇ। ਉਹ ਰਾਂਝਾ ਜਿਹੜਾ ਪ੍ਰੇਮ ਦੀ ਖਾਤਰ ਜੋਗੀ ਬਣ ਗਿਆ ਸੀਗਾ। ਹਾਂਜੀ, ਦੇਖੋ ਵੀ ਉਹਨਾਂ ਦੀਆਂ ਸਤਰਾਂ, ਪਿਆਰ ਦਾ ਨਾਮ ਇਹਨਾਂ ਸਿੱਖਿਆ, ਦਿਲ ਜਾਨ ਵਾਰਨ ਇਹ ਪਿਆਰ ਤੇ, ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ, ਰਾਂਝਟੜੇ ਦੇ ਨਿੱਕੇ ਵੱਡੇ ਭਰਾ ਸਾਰੇ, ਬੇਲਿਆਂ ਤੇ ਰੱਖਾਂ ਵਿੱਚ ਕੂਕਾਂ ਮਾਰਦੇ। ਇਹ ਨੋਟ ਕਰ ਲੈਣੀਆਂ ਸਤਰਾਂ, ਠੀਕ ਹੈ। ਅੱਗੇ ਵੀ ਰੂਪਕ ਪੱਖ ਦੇਖੀ ਇਹਨਾਂ ਦਾ। ਪੂਰਨ ਸਿੰਘ ਰੂਪਕ ਪੱਖ ਤੋਂ ਇੱਕ ਨਵੇਕਲਾ ਸ਼ਾਇਰ ਹੈ। ਹੁਣ ਇੰਪੋਰਟੈਂਟ ਲਾਈਨ ਆਪਾਂ ਇਹ ਕੁਐਸਚਨ ਕਰ ਲਿਆ ਹੋਇਆ ਬਣਾ ਕੇ। ਉਸ ਨੇ ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਮੁੱਢ ਬੰਨਿਆ ਹੈ, ਠੀਕ ਹੈ ਨਾ। ਜੋ ਪੰਜਾਬੀ ਵਿੱਚ ਛੰਦ ਰਹਿਤ ਕਵਿਤਾ ਸ਼ੁਰੂ ਹੋਈ ਹੈ, ਖੁੱਲੀ ਕਵਿਤਾ ਦਾ ਮੁੱਢ ਪ੍ਰੋਫੈਸਰ ਪੂਰਨ ਸਿੰਘ ਨੇ ਹੀ ਬੰਨਿਆ ਹੈ, ਠੀਕ ਹੈ ਜੀ। ਮੋਢੀ ਇਹੀ ਨੇ ਖੁੱਲੀ ਕਵਿਤਾ ਦੇ, ਛੰਦ ਰਹਿਤ ਕਵਿਤਾ ਦੇ। ਇਸ ਪੱਖੋਂ ਪੂਰਨ ਸਿੰਘ ਪਹਿਲਾ ਆਧੁਨਿਕ ਕਵੀ ਹੈ ਜਿਸ ਨੇ ਹਰ ਪ੍ਰਕਾਰ ਦੇ ਪਰੰਪਰਾਗਤ ਛੰਦ, ਤੁਕਾਂਤਾਂ ਦੀਆਂ ਬੰਦਿਸ਼ਾਂ ਤੇ ਰਵਾਇਤੀ ਕਾਵ ਰੂਪਾਂ ਦਾ ਤਿਆਗ ਕਰਕੇ ਛੰਦ ਰਹਿਤ ਕਵਿਤਾ ਲਿਖੀ ਹੈ, ਠੀਕ ਹੈ ਨਾ। ਛੰਦ ਰਹਿਤ ਕਵਿਤਾ ਨੂੰ ਛੰਦ ਦੇ ਵਿੱਚ ਲਿਖਿਆ ਜਾਂਦਾ ਸੀ ਪਹਿਲਾਂ, ਹੈ ਨਾ। ਤਾਂ ਪੂਰਨ ਸਿੰਘ ਤੋਂ ਫਿਰ ਸ਼ੁਰੂਆਤ ਹੋਈ ਇਹਨਾਂ ਨੇ ਕਵਿਤਾ ਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ, ਛੰਦ ਰਹਿਤ ਕਵਿਤਾ ਲਿਖ ਕੇ, ਖੁੱਲੀ ਕਵਿਤਾ ਲਿਖ ਕੇ। ਇਸ ਦੇ ਬਾਵਜੂਦ ਸੰਗੀਤਕ ਲੈਅ, ਸ਼ਬਦ ਚਿੱਤਰਾਂ ਤੇ ਸ਼ਬਦਾਵਲੀ ਦੇ ਪੱਖੋਂ ਪੂਰਨ ਸਿੰਘ ਦੀ ਕਵਿਤਾ ਉੱਤਮ ਸ਼੍ਰੇਣੀ ਦੀ ਕਵਿਤਾ ਹੈ। ਭਾਵੇਂ ਛੰਦ ਨਹੀਂ ਹਨ, ਠੀਕ ਹੈ ਨਾ, ਪਰ ਫਿਰ ਵੀ ਉਹਨਾਂ ਦੀ ਕਵਿਤਾ ਵਿੱਚ ਇੱਕ ਲੈਅ ਹੈ, ਠੀਕ ਹੈ ਨਾ। ਮਤਲਬ ਫਿਰ ਵੀ ਸ਼ਬਦਾਵਲੀ ਪੱਖੋਂ ਇੱਕ ਉੱਤਮ ਰਚਨਾ ਆ, ਉਹਨਾਂ ਰਚਨਾਵਾਂ ਨੇ ਉਹਨਾਂ ਦੀਆਂ ਕਵਿਤਾਵਾਂ। ਇਹ ਨਹੀਂ ਕਿ ਛੰਦ ਨਹੀਂ ਹੈ ਤਾਂ ਕਵਿਤਾ ਜਿੱਧਰ ਮਰਜੀ ਤੁਰੀ ਫਿਰੇ, ਇਸ ਤਰ੍ਹਾਂ ਨਹੀਂ। ਦੁਨੀਆ ਰੰਗਾਂ ਦਾ, ਅੱਗੇ 17 ਨੋਟ ਕਰੋ, ਦੁਨੀਆ ਰੰਗਾਂ ਦਾ ਇੱਕ ਅਚੰਬਾ ਸ਼ੰਭ ਦਿਸਦਾ, ਠੀਕ ਹੈ ਨਾ। ਸ਼ੰਭ ਪਤਾ ਨਾ ਤੁਹਾਨੂੰ। ਜੰਗਲ ਬਾਗ ਤੇ ਬੀਆਬਾਨ ਸਾਰੇ ਮੇਰੇ ਖਿਡੌਣੇ, ਧੁੰਦੂ ਕਾਰਾਂ ਵਿੱਚ ਪਾਇਆ ਮਾਂ ਮੇਰਾ ਪੰਗੂੜਾ, ਤੇ ਤਾਰੇ ਸਾਰੇ ਮੈਨੂੰ ਝਾਤ ਝਾਤ ਕਰਦੇ, ਠੀਕ ਹੈ ਜੀ। ਅੱਗੇ ਵੀ ਪੂਰਨ ਸਿੰਘ ਦੀ ਭਾਸ਼ਾ ਸਾਦੀ, ਸਰਲ, ਕੇਂਦਰੀ ਪੰਜਾਬੀ ਹੈ। ਇਹ ਭਾਸ਼ਾ ਕਾਵਿਕ ਸਮਰੱਥਾ ਵਾਲੀ ਹੈ ਤੇ ਇਸੇ ਲਈ ਛੰਦ ਰਹਿਤ, ਤੁਕਾਂਤ ਰਹਿਤ ਹੋਣ ਦੇ ਬਾਵਜੂਦ ਵੀ ਇਹ ਕਵਿਤਾ ਜਿਹੜੀ ਹੈ ਕਾਵ ਗੁਣਾਂ ਨਾਲ ਭਰਪੂਰ ਹੈ, ਠੀਕ ਹੈ ਜੀ। ਇਹ ਤੁਸੀਂ ਪੜ੍ਹ ਲੈਣਾ। ਜਨਮ ਸਥਾਨ ਨੋਟ ਕਰ ਲੈਣਾ, ਜਨਮ ਤਰੀਕ ਨੋਟ ਕਰ ਲੈਣਾ, ਮੌਤ ਦੀ ਤਰੀਕ ਨੋਟ ਕਰ ਲੈਣਾ, ਉਹਨਾਂ ਦੇ ਕਵਿਤਾਵਾਂ ਦੇ ਵਿਸ਼ੇ ਨੋਟ ਕਰ ਲੈਣਾ, ਸਤਰਾ ਦੇਖ ਲੈਣਾ, ਠੀਕ ਹੈ। ਉਹਨਾਂ ਦੇ ਕਾਵ ਸੰਗ੍ਰਹਿ ਦੇਖ ਲੈਣਾ, ਠੀਕ ਹੈ ਜੀ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਹੋਰ ਇੱਕ ਨਵੇਂ ਕਵੀ ਦੇ ਨਾਲ ਆਪਾਂ ਮਿਲਾਂਗੇ। ਓਕੇ ਜੀ, ਧੰਨਵਾਦ।